ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਸਿਰਜਣਹਾਰ ਵਾਹਿਗੁਰੂ ਸ਼ਹਿਨਸ਼ਾਹ ਦਸਤਗੀਰ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੇ ਧਰਮਾਂ ਦੇ ਔਲੀਏ ਪੀਰ ਪੈਗੰਬਰ, ਦਾਤੇ ਭਗਤ ਸੂਰਮੇ ਕੀਰਤੀਜਨ, ਸੰਤ ਮਹਾਂਪੁਰਸ਼, ਉਹਨਾਂ ਦੀ ਸਮੇਤ ਪਰਮ ਸੰਤ ਬਾਬਾ ਰਾਮ ਸਿੰਘ ਜੀ ਔਰ ਉਹਨਾਂ ਦੇ ਪਿਆਰਿਆਂ ਨੂੰ ਦਾਸ ਦੀ ਨਮਸਕਾਰ ਹੈ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਪ੍ਰਭੂ ਦੇ ਚਰਨਾਂ 'ਚ ਅੱਜ ਸਾਉਣ ਦਾ ਮਹੀਨਾ ਚੜ੍ਹਿਆ, ਸੰਗਰਾਂਦ ਹੈ। ਗੁਰੂ ਸਾਹਿਬ ਨੇ ਮਹੀਨੇ ਦੇ ਮਹੱਤਵ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸੀਂ ਅੱਜ ਸਾਡੇ ਕੋਲੇ ਬੇਅੰਤ ਸੋਰਸ ਹੋ ਗਏ ਨੇ ਜਿਸ ਦੇ ਦੁਆਰਾ ਅਸੀਂ ਸਰਵਣ ਕਰ ਸਕਦੇ ਹਾਂ। ਆਓ ਆਪਾਂ ਸਾਰੇ ਅੱਜ ਮਹੀਨਾ ਚੜ੍ਹਿਆ, ਗੁਰੂ ਤੋਂ ਆਸੀਸ ਪ੍ਰਾਪਤ ਕਰੀਏ। ਮਹੀਨੇ ਦੇ ਮਹੱਤਵ ਦੇ ਦੁਆਰਾ ਜੀਵਨ ਦਾ ਪਰਮਾਰਥ ਦਾ ਜੋ ਮਨੋਰਥ ਹੈ, ਮਹੱਤਵ ਹੈ, ਜੋ ਪਰਪਸ ਹੈ ਸਾਡਾ, ਜੋ ਮਕਸਦ ਉਹਨੇ ਸਾਡੇ ਜੀਵਨ ਨੂੰ ਆਪਣੇ ਮਾਰਗ 'ਤੇ ਚੱਲਣ ਦਾ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਹਿੰਦੇ ਹਾਂ, ਉਹਦੇ 'ਤੇ ਚੱਲਣ ਦਾ ਆਸ਼ੀਰਵਾਦ ਪ੍ਰਾਪਤ ਕਰੀਏ, ਗਿਆਨ ਪ੍ਰਾਪਤ ਕਰੀਏ, ਤਾਂ ਕਿ ਦ੍ਰਿੜ ਹੋ ਕੇ ਅਸੀਂ ਪ੍ਰਭੂ ਦੇ ਮਾਰਗ 'ਤੇ ਚੱਲਦੇ ਰਹੀਏ। ਇਹੀ ਸਾਡੇ ਜੀਵਨ ਦਾ ਅਸਲੀ ਮਨੋਰਥ ਹੋਣਾ ਚਾਹੀਦਾ ਹੈ। ਤਮਾਮ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ, ਜੋ ਵੀ ਦੁਨਿਆਵੀ ਰਿਸਪੌਂਸਿਬਿਲਿਟੀ ਸਾਡੀਆਂ ਹੈਗੀਆਂ ਨੇ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੂਰਾ ਕਰਦੇ ਹੋਏ ਅਸੀਂ ਜੋ ਸਾਡਾ ਅਸਲ ਜੀਵਨ ਦਾ ਮਨੋਰਥ ਹੈ, ਪਰਮਾਤਮਾ ਦੀ ਪ੍ਰਾਪਤੀ, ਉਹ ਪ੍ਰਾਪਤੀ ਕਰੀਏ। ਇਹੀ ਅਰਦਾਸ ਹੈ ਉਸ ਪ੍ਰਭੂ ਪਰਮਾਤਮਾ ਸਿਰਜਣਹਾਰ ਦੇ ਚਰਨਾਂ 'ਚ। ਮਨ ਚਿਤ ਬਿਰਤੀ ਇਕਾਗਰ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕੈਨ ਬਿਦ ਮਿਲੈ ਬਸਾਈ ਮੇਰੇ ਰਾਮ ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪਰਦਾ ਹੋ ਮੈਂ ਪਾਈ। ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉ ਜਾਈ। ਏਕਾ ਸੰਗਤ ਇਕ ਦੋ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੈ ਪਾਈ। ਏਕ ਬਸਤ ਬਿਨ ਪੰਚ ਦਹੇਲੇ, ਉਹ ਬਸਤ ਅਗੋਚਰ ਠਾਈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ। ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਈ। 12 ਮਹਾ ਮਾਝ ਮਹਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਓ ਪਿਆਰੋ। ਗੁਰੂ ਮਹਾਰਾਜ ਗਿਆਨ ਦਿੰਦੇ ਹੋਏ ਫਰਮਾ ਰਹੇ ਹਨ ਕਿ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਦੇ ਵਿੱਚ ਵਰਖਾ ਤੋਂ ਬਾਅਦ ਸਾਰੀ ਵਨਸਪਤੀ ਹਰੀ ਭਰੀ ਹੋ ਜਾਂਦੀ ਹੈ, ਖਿੜ ਜਾਂਦੀ ਹੈ, ਇਸੇ ਹੀ ਤਰੀਕੇ ਦੇ ਨਾਲ ਜੋ ਜੀਵ ਰੂਪ ਇਸਤਰੀ ਕਹੋ, ਜਗਿਆਸੂ ਰੂਪ ਇਸਤਰੀ ਕਹੋ, ਉਸ ਨੂੰ ਹਰਿਆਵਲ ਜਾਂ ਖੇੜੇ ਦਾ ਅਨੁਭਵ ਹੁੰਦਾ ਹੈ, ਜਿਸ ਦੀ ਪ੍ਰੀਤੀ ਪਤੀ ਰੂਪ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਟਿਕ ਜਾਂਦੀ ਹੈ ਜੀ। ਮਨ ਤਨ ਰਤ
ਸਚ ਰੰਗ ਇੱਕੋ ਨਾਮ ਆਧਾਰ। ਫਿਰ ਉਸ ਦਾ ਮਨ, ਉਸ ਦਾ ਤਨ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਉਹਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ ਤੇ ਉਹਦਾ ਨਾਮ ਹੀ ਉਹਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ। ਜੀ। ਵਿਖਿਆ ਰੰਗ ਪੂਰਾ ਵਿਆ ਜਿਸਨੇ ਸਭੇ ਛਾਰੋ। ਫਿਰ ਉਸ ਨੂੰ ਮਾਇਆ ਦੇ ਸਾਰੇ ਹੀ ਰੰਗ ਕੂੜੇ ਸੁਆਹ ਦੇ ਸਮਾਨ ਲੱਗਣ ਲੱਗ ਜਾਂਦੇ ਹਨ। ਉਹ ਕਿਸੇ ਵੀ ਮਾਇਆ ਦੇ ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਉਹ ਖਚਿਤ ਨਹੀਂ ਹੁੰਦਾ, ਲੀਨ ਨਹੀਂ ਹੁੰਦਾ। ਉਹਨੂੰ ਸਭ ਕੁਝ ਹੀ ਸੁਆਹ ਦੇ ਸਮਾਨ ਨਜ਼ਰ ਆਉਂਦਾ ਹੈ। ਜੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲੇ ਸਾਧੂ ਪੀਵਨ ਹਾਰੋ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਉਸ ਪਰਮਾਤਮਾ ਦੀ ਜੋ ਅੰਮ੍ਰਿਤਮਈ ਬੂੰਦ ਹੈ, ਜੋ ਬੜੀ ਸੋਹਣੀ ਹੈ, ਜੋ ਆਤਮਿਕ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲੀ ਹੈ, ਉਹ ਸਾਧੂ ਦੇ ਦੁਆਰਾ, ਸਾਧੂ ਦੇ ਨਾਲ, ਗੁਰੂ ਦੇ ਨਾਲ ਮਿਲ ਕੇ ਉਹ ਜੀਵ ਪੀਣ ਦੇ ਜੋਗਾ ਹੋ ਜਾਂਦਾ ਹੈ। ਪੀਵਨਹਾਰ ਕਿ ਗੁਰੂ ਦੀ ਕਿਰਪਾ ਦੇ ਦੁਆਰਾ, ਗੁਰੂ ਦੇ ਨਾਲ ਮਿਲ ਕੇ ਉਸ ਅੰਮ੍ਰਿਤਮਈ ਬੂੰਦ ਨੂੰ ਪੀਣ ਦੇ ਕਾਬਲ ਹੋ ਜਾਂਦਾ ਹੈ। ਜੀ। ਵਣ ਤੈਨੂੰ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ। ਵਣ ਤਿਣ ਸਭ ਕੁਛ ਹੀ ਜੋ ਬਨਸਪਤੀ ਹੈ ਉਹ ਪ੍ਰਭੂ ਦੇ ਮੇਲ ਕਰਕੇ, ਪ੍ਰਭੂ ਦੇ ਕਰਕੇ ਹਰਿਆ ਭਰਿਆ ਹੈ। ਉਹ ਪਰਮਾਤਮਾ ਬੜਾ ਸਮਰੱਥ ਹੈ, ਅਪਰੰਪਾਰ ਹੈ, ਬੇਅੰਤ ਹੈ। ਜੀ। ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮੇਰਾ ਵਨਹਾਰ। ਹੇ ਪ੍ਰਭੂ, ਮੇਰਾ ਮਨ ਸਦਾ ਤੇਰੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਰਹਿੰਦਾ ਹੈ, ਸਦਾ ਤੈਨੂੰ ਮਿਲਣ ਨੂੰ ਲੋਚਦਾ ਰਹਿੰਦਾ ਹੈ। ਤੂੰ ਆਪ ਹੀ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਸੋ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਜੋ ਮੇਰੀ ਤੜਪ ਹੈ ਇਹਨੂੰ ਸ਼ਾਂਤੀ ਦੇ, ਮੈਂ ਤੇਰੇ ਦਰਸ਼ਨਾਂ ਦੀ ਪ੍ਰਾਪਤੀ ਕਰ ਲਵਾਂ। ਜੀ। ਜਿਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲਿਹਾਰ। ਜਿਨ੍ਹਾਂ ਜਗਿਆਸੂ ਰੂਪ ਪਰਮਾਤਮਾ ਦੀਆਂ, ਪਰਮਾਤਮਾ ਦੇ ਪਿਆਰੇ, ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਉਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਨ੍ਹਾਂ ਨੇ ਉਸ ਪਰਮਾਤਮਾ ਦੀ, ਉਸ ਪਤੀ ਰੂਪ ਪਰਮੇਸ਼ਵਰ ਦੀ ਜਿਨ੍ਹਾਂ ਆਤਮਾਵਾਂ ਨੇ ਪ੍ਰਾਪਤੀ ਕਰ ਲਈ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਜੀ। ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਕਿ हे प्रभु, आप की फरमा रहे हो कि मेरे ते दया कर, तू दयावान है, तू मेरे ते दया कर। ऐसी दया कर के गुरु दे द्वारा शब्द दी बख्शिश करके तू मैनू सवारण वाला है, तू मैनू सवार सकता है। तू मेरे ते किरपा कर, गुरु दे द्वारा मैनू तेरी प्राप्ति हो जावे। जी। सावन तिना सुहागणी जिन राम नाम उरहार। जिस तरह अखीर दे विच आप की फरमा रहे हो कि ਉਹ ਜਗਿਆਸੂ ਰੂਪ ਜਾਂ ਜੀਵ ਰੂਪ ਇਸਤਰੀ ਸੁਹਾਗਣ ਹੈ, ਜਿਸ ਦੇ ਹਿਰਦੇ ਦੇ ਵਿੱਚ, ਜਿਵੇਂ ਸੁਹਾਗਣ ਦੇ ਗਲੇ ਦੇ ਵਿੱਚ ਹਾਰ ਸਦਾ ਪਾਇਆ ਹੁੰਦਾ, ਪਰੋਇਆ ਹੁੰਦਾ ਹੈ, ਜਿਸ ਜਗਿਆਸੂ ਰੂਪ ਇਸਤਰੀ, ਜੀਵ ਰੂਪ ਇਸਤਰੀ ਦੇ ਹਿਰਦੇ ਦੇ ਵਿੱਚ ਪਤੀ ਰੂਪ ਪਰਮੇਸ਼ਵਰ ਦਾ ਨਾਮ ਹਾਰ ਦੀ ਤਰ੍ਹਾਂ ਪਰੋਇਆ ਹੋਇਆ, ਸਦਾ ਉਹਦੇ ਹਿਰਦੇ ਦੇ ਵਿੱਚ ਉਹ ਵਾਸ ਕਰਦਾ, ਇੱਕ ਪਲ ਲਈ ਵੀ ਉਹਦੇ ਤੋਂ ਪਾਸੇ ਨਹੀਂ ਹੁੰਦਾ, ਉਹ ਜੀਵ ਰੂਪ ਇਸਤਰੀ ਜਾਂ ਉਹ ਆਤਮਾ ਸੁਹਾਗਣ ਹੈ। ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਗੁਰੂ ਸਾਹਿਬ ਨੇ ਬੜਾ ਸੋਹਣਾ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ। ਉਹਨਾਂ ਨੇ ਕਿਹਾ ਗੁਰੂ ਦੇ ਨਾਲ, ਸ਼ਬਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਮਈ ਜਿਹੜੀ ਉਹ ਬੂੰਦ ਹੈ,
ਉਹ ਗੁਰੂ ਦੇ ਨਾਲ ਮਿਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਆ। ਗੁਰੂ ਦੇ ਨਾਲ ਜਦੋਂ ਜੀਵ ਦਾ ਮਿਲਾਪ ਹੁੰਦਾ ਫਿਰ ਉਹਦੀ ਪ੍ਰਾਪਤੀ ਦੇ ਯੋਗਾ ਉਹ ਆਪ ਹੋ ਜਾਂਦਾ ਹੈ। ਉਸ ਵੇਲੇ ਉਹਨੂੰ ਇੰਨੀ ਸਮਰੱਥਾ ਤਾਕਤ ਮਿਲਦੀ ਹੈ, ਗੁਰੂ ਦੇ ਦੁਆਰਾ ਉਹ ਬਖਸ਼ਿਸ਼ ਕੀਤੀ ਜਾਂਦੀ ਹੈ। ਭਾਈ ਮਨਸੁਖ ਲਾਹੌਰ ਦਾ ਵਪਾਰੀ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਿੱਖ ਹੋਇਆ ਹੈ। ਗੁਰੂ ਸਾਹਿਬ ਦਾ ਉਹਨੇ ਪ੍ਰੇਮ ਕਰਕੇ ਜੀਵਨ ਦੇ ਵਿੱਚ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਉਹਦਾ ਮਿਲਾਪ ਹੋਇਆ ਭਾਈ ਭਗੀਰਥ ਦੇ ਨਾਲ। ਇਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਏ ਹੈ। ਭਾਈ ਭਗੀਰਥ ਦੇਵੀ ਉਪਾਸਕ ਸੀ। ਬੜੀ ਦ੍ਰਿੜ ਸੰਕਲਪ ਦੇ ਨਾਲ ਉਹਨਾਂ ਨੇ ਦੇਵੀ ਦੀ ਉਪਾਸਨਾ ਕਰਨੀ। ਸਾਰਾ ਜੋ ਵੀ ਮਾਨਤਾ ਸੀ ਉਹਨੂੰ ਬੜੇ ਪ੍ਰੇਮ ਸ਼ਰਧਾ ਨਾਲ ਕਰਦੇ ਸੀ। ਕਰਦੇ ਕਰਦੇ ਜਦੋਂ ਕੁਛ ਬੰਦਗੀ ਬਣੀ, ਇੱਕ ਰਾਤ ਉਹਨਾਂ ਨੂੰ ਦੇਵੀ ਦੇ ਦਰਸ਼ਨ ਹੋਏ ਸੁਪਨੇ ਦੇ ਵਿੱਚ। ਉਹਨੇ ਆਖਿਆ, ਬੇਟਾ ਮੇਰੇ ਤੋਂ ਕੁਛ ਮੰਗ ਲੈ। ਮਲਸੀਆਂ ਦਾ ਚੌਧਰੀ ਸੀ ਭਗੀਰਥ। ਉਹ ਕਹਿੰਦੇ, ਬੇਟਾ ਮੇਰੇ ਤੋਂ ਕੁਛ ਮੰਗ ਲੈ। ਉਹ ਕਹਿੰਦੇ, ਮੈਨੂੰ ਮੁਕਤੀ ਚਾਹੀਦੀ ਹੈ। ਅੱਗੋਂ ਕੀ ਫਰਮਾਨ ਹੋਇਆ ਕਿ ਮੁਕਤੀ ਤੈਨੂੰ ਗੁਰੂ ਦੇ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਅਸੀਂ ਤੈਨੂੰ ਆ ਦੁਨਿਆਵੀ ਵਸਤੂਆਂ ਦੇ ਸਕਦੇ ਹੈ, ਪਰ ਇਹਦੇ ਵਾਸਤੇ ਤੈਨੂੰ ਗੁਰੂ ਧਾਰਨ ਕਰਨਾ ਪੈਣਾ ਹੈ। ਔਰ ਅੱਗੋਂ ਉਹਨੂੰ ਇਸ਼ਾਰਾ ਕੀ ਹੋਇਆ ਕਿ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦਾ ਰੂਪ, ਉਹਨਾਂ ਦੇ ਚਰਨਾਂ 'ਚ ਜਾ, ਉਹਨਾਂ ਨੂੰ ਗੁਰੂ ਧਾਰਨ ਕਰ। ਉਹਨੇ ਗੁਰੂ ਸਾਹਿਬ ਨੂੰ ਗੁਰੂ ਧਾਰਨ ਕੀਤਾ। ਉਸ ਭਗੀਰਥ ਦਾ ਮਿਲਾਪ ਹੋਇਆ ਮਨਸੁਖ ਦੇ ਨਾਲ। ਵਪਾਰੀ ਸੀ। ਆਪਸ ਵਿੱਚ ਜਦੋਂ ਉਹਨਾਂ ਦਾ ਮਿਲਾਪ ਹੋਇਆ ਤਾਂ ਮਨਸੁਖ ਨੇ ਆਖਿਆ ਭਗੀਰਥ, ਉਹ ਸਦਾ ਭਗੀਰਥ ਗੁਰੂ ਸਾਹਿਬ ਦੇ ਨਾਮ ਦੇ ਵਿੱਚ ਉਹ ਗੁਰੂ ਸਾਹਿਬ ਦੇ ਪਾਸ ਗਿਆ, ਗੁਰੂ ਧਾਰਨ ਕੀਤਾ। ਐਸੀ ਗੁਰੂ ਦੀ ਕਿਰਪਾ ਹੋਈ, ਸਦਾ ਉਹਨਾਂ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਸੀ। ਜੋ ਮਨ ਦੇ ਵਿੱਚ ਸਾਰੀਆਂ ਤਕਲੀਫਾਂ ਸੀ, ਜੋ ਤੜਪ ਸੀ, ਜੋ ਪੀੜਾ ਸੀ ਦੁਨਿਆਵੀ ਵਸਤੂਆਂ ਦੀ, ਕਿਉਂਕਿ ਦੁਨਿਆਵੀ ਵਸਤੂਆਂ ਦੀ ਤੜਪ ਸਾਨੂੰ ਤਕਲੀਫ ਦਿੰਦੀ ਹੈ। ਪਰਮਾਤਮਾ ਦੇ ਦਰਸ਼ਨਾਂ ਦੀ ਜਿਹੜੀ ਤੜਪ ਹੈ ਇਹ ਆਨੰਦ ਬਖਸ਼ਿਸ਼ ਕਰਦੀ ਹੈ। ਇਹੀ ਇਸ ਤਕਲੀਫ ਦੇ ਵਿੱਚ ਫਰਕ ਹੈ। ਇੱਕ ਤੜਪ ਤਕਲੀਫ ਦਿੰਦੀ ਹੈ, ਇੱਕ ਤੜਪ ਹੈ ਆਨੰਦ ਦਿੰਦੀ ਹੈ। ਉਹਦੇ ਅੰਦਰ ਗੁਰੂ ਦਾ ਰੰਗ ਹੋ ਗਿਆ, ਪ੍ਰੇਮ ਹੋ ਗਿਆ, ਪ੍ਰਭੂ ਪ੍ਰੀਤ ਦੀ ਲਲਕ ਲੱਗ ਗਈ, ਉਹ ਆਨੰਦ 'ਚ ਰਹਿੰਦਾ ਸੀ। ਮਨਸੁਖ ਨੇ ਪ੍ਰਸ਼ਨ ਕੀਤਾ, ਭਗੀਰਥ ਤੇਰੇ ਕੋਲੇ ਦੁਨਿਆਵੀ ਵਸਤੂਆਂ ਮੇਰੇ ਤੋਂ ਜ਼ਿਆਦੇ ਹੈ, ਪਰ ਫਿਰ ਵੀ ਮੈਨੂੰ ਨਜ਼ਰ ਆਉਂਦਾ ਸਕੂਨ ਤੇਰੇ ਚਿਹਰੇ ਤੇ ਜ਼ਿਆਦੇ ਹੈ, ਸ਼ਾਂਤੀ ਤੈਨੂੰ ਆ। ਤੇਰੇ ਚਿਹਰੇ ਤੇ ਜਿਹੜੀ ਖੁਸ਼ੀ ਹੈ, ਖੇੜਾ ਹੈ, ਉਹ ਮੈਨੂੰ ਕਿਤੇ ਹੋਰ ਮੇਰੇ ਚਿਹਰੇ ਤੇ ਨਜ਼ਰ ਹੀ ਨਹੀਂ ਆਉਂਦਾ। ਉਹ ਹੱਸ ਪਏ, ਕਹਿੰਦੇ ਭਾਈ ਇਹ ਮੇਰੇ ਗੁਰੂ ਦੀ ਕਿਰਪਾ ਹੈ। ਉਹ ਕਹਿੰਦਾ ਫਿਰ ਮੈਨੂੰ ਦੱਸ। ਉਹਨੇ ਗੁਰੂ ਸਾਹਿਬ ਬਾਰੇ ਜੋ ਵੀ ਬਿਰਤਾਂਤ, ਜੋ ਕੌਤਕ ਗੁਰੂ ਸਾਹਿਬ ਦੇ ਕਹੋ ਜਾਂ ਜੋ ਗੁਰੂ ਦੀ ਕਿਰਪਾ ਉਹਦੇ ਤੇ ਹੋਈ, ਉਹਦੇ ਬਾਰੇ ਉਹਨੂੰ ਗੁਰੂ ਦਾ ਯਸ ਉਹਦੇ ਨਾਲ ਸਾਂਝਾ ਕੀਤਾ। ਬੜਾ ਮਨਸੁਖ ਦਾ ਮਨ ਪ੍ਰਸੰਨ ਹੋਇਆ। ਇੱਛਾ ਬਣੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ। ਤਾਂ ਭਾਈ ਭਗੀਰਥ ਕਹਿੰਦੇ ਦਰਸ਼ਨਾਂ ਨੂੰ ਜਾ, ਪਰ ਕੋਈ ਸ਼ੰਕਾ ਨਾ ਕਰੀ। ਪਰ ਦੁਨਿਆਵੀ ਮਨ ਕਿੱਥੇ ਮੰਨਦਾ ਹੈ? ਉਹਦੇ ਮਨ ਦੇ ਵਿੱਚ ਇਹੀ ਆਇਆ ਕਿ ਜੇ ਵਾਕਈ ਕਾਮਲ ਮੁਰਸ਼ਦ ਹੈ, ਫਿਰ ਜਦੋਂ ਮੈਂ ਉਹਨਾਂ ਦੇ ਚਰਨਾਂ 'ਚ ਗਿਆ ਤਾਂ ਮੈਨੂੰ ਮੇਰਾ ਨਾਮ ਲੈ ਕੇ ਬੁਲਾਉਣ। ਇਹ ਮਨ ਦੇ ਵਿੱਚ ਇੱਛਾ ਉਹਨੇ ਜ਼ਰੂਰ ਕਰ ਲਈ। ਗੁਰੂ ਸਾਹਿਬ ਦੇ ਪਾਸ ਗਿਆ। ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ, ਨਮਸਕਾਰ ਕੀਤੀ ਬੈਠ ਕੇ, ਸੰਗਤਾਂ ਬੈਠੀਆਂ। ਜਦੋਂ ਕੁਝ ਸਮੇਂ ਬਾਅਦ ਉਹਦੀ ਗੁਰੂ ਸਾਹਿਬ ਦੇ ਸਾਹਮਣੇ ਉਹਦੀ ਰਜੋਈ ਹੋਈ ਤਾਂ ਸਤਿਗੁਰੂ ਨੇ ਉਹਦੇ ਵੱਲ ਦੇਖਿਆ ਔਰ ਆਖਿਆ ਕਿ ਭਾਈ ਤੇਰੇ ਮਾਤਾ ਪਿਤਾ ਨੇ ਨਾਂ ਤਾਂ ਤੇਰਾ ਬੜਾ ਸੋਹਣਾ ਰੱਖਿਆ, ਮਨ ਸੁਖ, ਪਰ ਸੁਖ ਤੈਨੂੰ ਰਤਾ ਭਰ ਵੀ ਹੈ ਨਹੀਂ। ਅੱਖਾਂ 'ਚ ਆਂਸੂ ਆ ਗਏ, ਠੋਕਰ ਵੱਜੀ ਮਨ ਨੂੰ। ਕਪਾਟ ਖੁੱਲ੍ਹ ਗਏ, ਚਰਨਾਂ ਤੇ ਡਿੱਗ ਪਿਆ। ਸਤਿਗੁਰੂ ਤੁਸੀਂ ਕਿਰਪਾ ਕਰੋ, ਮੇਰੇ ਹਿਰਦੇ ਨੂੰ
ਆਪਣੀ ਪ੍ਰੀਤੀ ਬਖਸ਼ਿਸ਼ ਕਰ ਦਿਓ। ਇਹੀ ਸ਼ਾਂਤੀ ਦੀ ਖੋਜ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ। ਨਿਹਾਲ ਹੋ ਗਿਆ। ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਉਹਨੇ ਸੇਵਾ ਸਤਸੰਗ ਸ਼ੁਰੂ ਕਰਤੀ। ਕੁਝ ਸਮੇਂ ਪਛਾਤ ਗੁਰੂ ਸਾਹਿਬ ਨੇ ਉਹਨੂੰ ਕਿਹਾ, ਕਹਿੰਦੇ ਜਾ ਭਾਈ, ਸ਼ਬਦ ਦੀ ਧਿਆਨ ਕਰਦਾ ਹੋਇਆ ਹੁਣ ਜਿਹੜੀਆਂ ਤੇਰੀਆਂ ਦੁਨਿਆਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਵੀ ਪੂਰਾ ਕਰ। ਉਹ ਕਹਿੰਦਾ ਸਤਿਗੁਰੂ ਮੈਂ ਜਾਣਾ ਨਹੀਂ ਚਾਹੁੰਦਾ। ਉਹ ਕਹਿੰਦੇ ਕੋਈ ਨਹੀਂ, ਮੇਰੀ ਉਡੀਕ ਰੱਖਿਆ ਕਰੀ, ਮੈਂ ਤੈਨੂੰ ਮਿਲਦਾ ਰਹੂੰ। ਉਹ ਵਾਪਸ ਚਲਿਆ ਗਿਆ। ਰਾਵੀ ਦਰਿਆ ਦੇ ਕਿਨਾਰੇ ਤੇ ਬੈਠ ਕੇ ਉਹਨੇ ਆਪਦਾ ਜੋ ਵੀ ਉਹ ਕੁਛ ਵਪਾਰ ਕਰਦਾ ਸੀ, ਦਰਿਆ ਦੇ ਇੱਧਰ ਉੱਧਰ ਕਹਿ ਲਓ ਜਾਂ ਉਹਦੀਆਂ ਕਿਸ਼ਤੀਆਂ ਕਹਿ ਲਓ, ਜਾਂ ਵਿੱਚ ਕਈ ਜਗ੍ਹਾ ਤੇ ਗ੍ਰੰਥਾਂ 'ਚ ਵਰਣਨ ਹੈ ਕਿ ਉਹਦੇ ਜਹਾਜ਼ ਵੀ ਸੀ। ਉਹਨੇ ਆਪਦਾ ਉੱਥੇ ਬੈਠ ਜਾਣਾ ਦਰਿਆ ਦੇ ਕਿਨਾਰੇ, ਗੁਰੂ ਸਾਹਿਬ ਨੂੰ ਯਾਦ ਕਰੀ ਜਾਣਾ, ਮਨ ਦੇ ਵਿੱਚ ਉਹੀ ਉਡੀਕ, ਉਹੀ ਤੜਪ। ਕਈਆਂ ਨੇ ਭਾਈ ਮਨਸੁਖ ਨੂੰ ਪੁੱਛਣਾ ਕਿ ਤੂੰ ਸਦਾ ਉਡੀਕ ਦੇ ਵਿੱਚ ਆ, ਤੇਰਾ ਗੁਰੂ ਆਊਗਾ ਕਿ ਨਹੀਂ ਆਊਗਾ? ਉਹ ਕਹਿੰਦਾ ਮੇਰਾ ਗੁਰੂ ਜ਼ਰੂਰ ਆਊਗਾ, ਸਦਾ ਹੀ ਮੇਰੇ ਅੰਗ ਸੰਗ ਹੈ। ਪਰ ਉਹਦੇ ਦਰਸ਼ਨਾਂ ਦੀ ਜਿਹੜੀ ਤਾਂਘ ਹੈ, ਇਹ ਜਿਹੜੀ ਤੜਪ ਹੈ, ਇਹਦਾ ਜੋ ਆਨੰਦ ਹੈ, ਇਹ ਸਿਰਫ ਮੈਂ ਸਮਝ ਸਕਦਾ ਹੈ, ਤੁਸੀਂ ਨਹੀਂ ਸਮਝ ਸਕਦੇ। ਸੋ ਇਸ ਕਰਕੇ ਬੇਨਤੀ ਕਰਦੇ ਹਾਂ ਉਸ ਪਰਮਾਤਮਾ ਦੇ ਚਰਨਾਂ 'ਚ ਕਿ ਪ੍ਰਭੂ ਅਸੀਂ ਸਾਰੇ ਜਗਿਆਸੂ ਤੇਰੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਹੈ। ਕਿਰਪਾ ਕਰ, ਤੂੰ ਮਿਲਣਾ ਹੈ, ਆਪਣੀ ਕਿਰਪਾ ਕਰਕੇ ਹੀ ਸਾਨੂੰ ਮਿਲਣਾ। ਤੂੰ ਆਪ ਹੀ ਕਿਰਪਾ ਕਰਨੀ ਆ, ਸਾਨੂੰ ਗੁਰੂ ਦੇ ਦੁਆਰਾ ਸ਼ਬਦ ਦੀ ਬਖਸ਼ਿਸ਼ ਕਰਕੇ ਤੂੰ ਸਾਨੂੰ ਪ੍ਰਾਪਤ ਹੋਣਾ ਹੈ। ਪਰ ਆ ਜਿਹੜੀ ਤੇਰੇ ਦਰਸ਼ਨਾਂ ਦੀ ਤੜਪ ਹੈ, ਇਹ ਸੰਸਾਰ ਦੇ ਰੁਝੇਵਿਆਂ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਇਹ ਤੇਰੇ ਦਰਸ਼ਨਾਂ ਦੀ ਤਾਂਘ, ਇਹ ਤੜਪ ਹਮੇਸ਼ਾ ਬਣੀ ਰਵੇ। ਐਸੀ ਕਿਰਪਾ ਤੂੰ ਸਾਡੇ ਤੇ ਕਰੀ, ਕਿਉਂਕਿ ਇਸ ਤੜਪ ਦੇ ਵਿੱਚ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਆਨੰਦ ਸਾਡਾ ਬਣਿਆ ਰਵੇ। ਅਸੀਂ ਸਦਾ ਤੇਰੇ ਮਾਰਗ ਤੇ ਚੱਲਦੇ ਰਹੀਏ। ਜੋ ਇਸ ਜਨਮ ਦਾ ਮਨੋਰਥ ਹੈ ਪਰਮਾਤਮਾ ਦੀ, ਪ੍ਰਭੂ ਪਤੀ ਦੀ ਪ੍ਰਾਪਤੀ, ਉਹ ਅਸੀਂ ਆਪਣਾ ਪੂਰਾ ਕਰ ਲਈਏ। ਇਹੀ ਅਰਦਾਸ ਬੇਨਤੀ ਹੈ। ਸੋ ਇੱਥੇ ਹੀ ਅੱਜ ਦੀ ਸ਼ਬਦ ਦੀ ਕਥਾ ਦੀ ਸਮਾਪਤੀ ਹੁੰਦੀ ਹੈ। ਕਥਾ ਦੀ ਵਿਆਖਿਆ ਕਰਦੇ ਤੋਂ ਜੋ ਕਥਾ ਰੂਪੀ ਸੇਵਾ ਮੈਨੂੰ ਮਿਲੀ ਹੈ, ਉਹਦੇ ਵਿੱਚ ਸ਼ਬਦ ਦੀ ਵਿਆਖਿਆ ਕਰਦੇ ਤੋਂ ਕੋਈ ਅੱਖਰ ਵੱਧ ਘੱਟ ਕਿਹਾ ਗਿਆ ਹੋਵੇ, ਸਤਿਗੁਰੂ ਖਿਮਾ ਕਰਨ, ਆਪਣੀ ਸੇਵਾ ਹੋਰ ਵੀ ਸ਼ੁੱਧਤਾ ਨਾਲ ਕਰਨ ਦਾ ਬਲ ਬਖਸ਼ਣ। ਆਓ ਸਰਬੱਤ ਦੇ ਭਲੇ ਦੀ ਮਨੋਕਾਮਨਾ ਕਰਦੇ ਹੋਏ ਸਮਾਪਤੀ ਕਰੀਏ। ਸਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।